ਭਾਵੇਂ ਕੋਈ ਪੱਤਰਕਾਰ ਆ ਭਾਵੇਂ ਕੋਈ ਵੀ ਹੋਰ ਆ, ਇੱਥੇ ਉਹ ਆਪਦੇ ਕਿੱਤੇ ਦੇ ਕਰਕੇ ਨਹੀਂ, ਇੱਥੇ ਉਹ ਜ਼ਮੀਨ ਨਾਲ ਮਿੱਟੀ ਨਾਲ ਜੁੜਿਆ ਹੋਣ ਕਰਕੇ ਆਉਂਦਾ। ਉਦੋਂ ਤੇ ਹੁਣ ਦਾ ਜੇਕਰ ਮੈਂ ਤੁਲਨਾਤਮਕ ਅਧਿਐਨ ਕਰਾਂ, ਉਦੋਂ ਇਹ ਅੰਦੋਲਨ ਆ ਜਿਹੜਾ ਕਹਿ ਦਈਏ ਵੀ ਹਜੇ ਜਵਾਨ ਹੋ ਰਿਹਾ ਸੀ ਤੇ ਹੁਣ ਜਵਾਨ ਹੋ ਚੁੱਕਿਆ। ਦੂਜੀ ਗੱਲ ਇਹ ਆ ਵੀ ਸਿਰੜ ਉਦੋਂ ਵੀ ਬਹੁਤ ਸੀ, ਸਿਰੜ ਹੁਣ ਵੀ ਬਹੁਤ ਆ। ਸ਼ਾਂਤਮਈ ਉਦੋਂ ਵੀ ਸੀ, ਸ਼ਾਂਤਮਈ ਹੁਣ ਵੀ ਬਹੁਤ ਆ। ਲੰਗਰ ਉਦੋਂ ਵੀ ਬਹੁਤ ਚੱਲਦੇ ਸੀ, ਲੰਗਰ ਹੁਣ ਵੀ ਬਹੁਤ ਆ। ਜਜ਼ਬਾ ਉਦੋਂ ਵੀ ਬਹੁਤ ਸੀ, ਜਜ਼ਬਾ ਹੁਣ ਵੀ ਬਹੁਤ ਆ। ਟਰਾਲੀਆਂ ਉਦੋਂ ਵੀ ਨਹੀਂ ਗਿਣੀਆਂ ਜਾਂਦੀਆਂ ਸੀ, ਟਰਾਲੀਆਂ ਹੁਣ ਵੀ ਨਹੀਂ ਗਿਣੀਆਂ ਜਾਂਦੀਆਂ। ਜੇ ਅਸੀਂ ਸ਼ਹੀਦੀ ਦੇ ਦਿਨ ਦੀ ਗੱਲਾਂ ਕਰੀਏ ਤਾਂ ਉਹ ਵੀ ਇੱਥੇ ਮਨਾਏ ਗਏ, ਇੱਥੇ ਹੀ ਆਨੰਦਪੁਰ ਤੇ ਇੱਥੇ ਹੀ ਫਤਿਹਗੜ੍ਹ ਸਾਹਿਬ ਸਿਰਜਿਆ ਗਿਆ। ਤੇ ਜੇ ਅਸੀਂ ਗੱਲ ਕਰਦੇ ਲੋਹੜੀ, ਹਾਲਾਂਕਿ ਸੋਗ ਵਜੋਂ ਮਨਾਈ ਗਈ ਆ, ਪਰ ਉਹ ਲੋਹੜੀ ਦੇ ਵਿੱਚ ਵੀ ਇਦਾਂ ਦੇ ਗੀਤ ਗਾਏ ਜਿਹੜੇ ਕਿ ਕੇਂਦਰ ਸਰਕਾਰ ਨੂੰ ਲਾਹਨਤਾਂ ਪਾਉਂਦੇ ਸੀਗੇ। ਪਰ ਤੁਸੀਂ ਦੇਖੋ ਕਿ 18 ਤਰੀਕ ਨੂੰ ਇੱਥੇ ਮਹਿਲਾ ਦਿਵਸ ਵੀ ਮਨਾ ਰਹੇ ਨੇ, ਜਿੱਥੇ ਸਾਰੀ ਸਟੇਜ ਤੇ ਸਾਰੇ ਸਿਕਿਉਰਿਟੀ, ਸਾਰੀ ਹੀ ਜਿਹੜੀ ਆਪਾਂ ਇੱਥੋਂ ਦੇ ਪ੍ਰਬੰਧ ਕਹੀਏ ਉਹ ਔਰਤਾਂ ਸਾਂਭਣਗੀਆਂ। ਕਿਸ ਤਰ੍ਹਾਂ ਦੇਖਦੇ ਹੋ ਕਿ ਇੰਨਾ ਵੱਡਾ ਬਦਲਾਵ ਤੇ ਕੇਂਦਰ ਸਰਕਾਰ ਫਿਰ ਵੀ ਟਸ ਤੋਂ ਮਸ ਨਹੀਂ ਹੋ ਰਹੀ? ਉਹ ਨਾ ਜਿਵੇਂ ਕਹਿੰਦੇ ਹੁੰਦੇ ਵੀ ਉਹਨਾਂ ਰੱਜ ਕੇ ਜ਼ਲੀਲ ਕੀਤਾ ਤੇ ਉਹਨਾਂ ਨੇ ਮਾਸਾ ਨਹੀਂ ਫੀਲ ਕੀਤਾ, ਉਹ ਇਹ ਗੱਲ ਬਣੀ ਪਈ ਆ। ਜੇਕਰ ਇਹ ਸਿਰਫ ਕੇਸਰੀ ਝੰਡੇ ਨੂੰ ਸਾਡੇ ਨਿਸ਼ਾਨ ਸਾਹਿਬ ਨੂੰ ਵੇਖ ਕੇ ਹੀ ਕਹਿ ਦਿੰਦੇ ਨੇ ਕਿ ਇਹ ਖਾਲਿਸਤਾਨੀ ਹੈ, ਤੇ ਇਹਨਾਂ ਨੂੰ ਇਹ ਵੀ ਸਮਝਣਾ ਚਾਹੀਦਾ ਵੀ ਤਿਰੰਗੇ 'ਚ ਵੀ ਉਹ ਰੰਗ ਹੈ। ਆਪਣੇ ਹੱਕ ਮੰਗਣ ਦੇ ਨਾਲ ਕਦੇ ਕੋਈ ਅੱਤਵਾਦੀ ਨਹੀਂ ਹੁੰਦਾ। ਗੱਲ ਹੱਕ ਦੀ, ਸੱਚ ਦੀ ਹੋ ਰਹੀ ਹੈ। ਸਾਂਝਾ ਪੰਜਾਬ ਚੈਨਲ ਦੇਖ ਰਹੇ ਸਾਰੇ ਹੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਹਰਜੀਤ ਕੌਰ ਸਵਾਗਤ ਕਰਦੀ। ਦਰਸ਼ਕੋ, ਲਗਾਤਾਰ ਤੁਹਾਨੂੰ ਕਿਸਾਨੀ ਅੰਦੋਲਨ ਦੇ ਰੰਗਾਂ ਬਾਰੇ ਦਿਖਾ ਰਹੇ ਹਾਂ। ਤੁਸੀਂ ਦੇਖੋ ਕਿ ਅੱਜ ਇੱਥੇ ਪੱਤਰਕਾਰਾਂ ਦੀ ਗੱਲ ਕਰਦੇ ਹਾਂ ਤਾਂ ਪੱਤਰਕਾਰਾਂ ਦਾ ਬੜਾ ਵੱਡਾ ਸਹਿਯੋਗ ਇਸ ਕਿਸਾਨੀ ਅੰਦੋਲਨ ਲਈ ਰਿਹਾ। ਹਾਲਾਂਕਿ ਨੈਸ਼ਨਲ ਮੀਡੀਆ ਨੇ ਤਾਂ ਬੜਾ ਹੀ ਟਿੱਪਣੀਆਂ ਜਿਹੜੀਆਂ ਕੀਤੀਆਂ ਸੀ ਇਸ ਕਿਸਾਨੀ ਅੰਦੋਲਨ ਦੇ, ਪਰ ਉਹਨਾਂ ਦਾ ਪਰਦਾਫਾਸ਼ ਕਰਨ ਵਾਲੇ ਵੀ ਸਾਡੇ ਵੱਡੇ ਵੱਡੇ ਪੱਤਰਕਾਰ ਆ ਜਿਹੜੇ ਕਿ ਹਮੇਸ਼ਾ ਹੀ ਆਪਣੀ ਪੱਤਰਕਾਰੀ ਦੇ ਜ਼ਰੀਏ ਬੁਲੰਦ ਆਵਾਜ਼ਾਂ ਕਰਦੇ ਰਹੇ ਨੇ। ਸਾਡੇ ਨਾਲ ਵੀ ਸਰਵਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਪਹੁੰਚੇ, ਜਿਹੜੇ ਕਿ ਚੱਜ ਦਾ ਵਿਚਾਰ ਤੁਸੀਂ ਦੇਖਦੇ ਹੋ ਕਿ ਹਮੇਸ਼ਾ ਇਹਨਾਂ ਆਪਾਂ ਸੋਸ਼ਲ ਮੀਡੀਆ ਤੇ ਜਾਂ ਟੀਵੀਆਂ ਤੇ ਸਟੂਡੀਓ ਵਿੱਚ ਬੈਠ ਕੇ ਤਾਂ ਦੇਖਿਆ, ਪਰ ਅੱਜ ਖੁਦ ਕਿਸਾਨੀ ਅੰਦੋਲਨ ਨੂੰ ਸਮਰਥਨ ਕਰਨ ਆਏ ਨੇ। ਪਹਿਲਾਂ ਵੀ ਆਪਣੀ ਹਾਜ਼ਰੀ ਲਵਾ ਕੇ ਗਏ ਤੇ ਹੁਣ ਵੀ ਆਏ ਨੇ। ਵੀਰ ਜੀ, ਆਪਾਂ ਗੱਲ ਕਰਦੇ ਕਿ ਪਹਿਲਾਂ ਵੀ ਤੁਸੀਂ ਆਏ ਸੀ ਤੇ ਹੁਣ ਵੀ ਆਪਣੀ ਹਾਜ਼ਰੀ, ਕੋਈ ਵੱਡਾ ਬਦਲਾਅ ਇਸ ਕਿਸਾਨੀ ਅੰਦੋਲਨ 'ਚ ਦਿਖਿਆ ਤੁਹਾਨੂੰ? ਭੈਣੇ, ਪਹਿਲੀ ਗੱਲ ਤਾਂ ਇਹ ਆ ਵੀ ਭਾਵੇਂ ਕੋਈ ਪੱਤਰਕਾਰ ਆ ਭਾਵੇਂ ਕੋਈ ਵੀ ਹੋਰ ਆ, ਇੱਥੇ ਉਹ ਆਪਦੇ ਕਿੱਤੇ ਦੇ ਕਰਕੇ ਨਹੀਂ, ਇੱਥੇ ਉਹ ਜ਼ਮੀਨ ਨਾਲ ਮਿੱਟੀ ਨਾਲ ਜੁੜਿਆ ਹੋਣ ਕਰਕੇ ਆਉਂਦਾ। ਅਸੀਂ ਪੱਤਰਕਾਰ ਬਾਅਦ ਦੇ ਵਿੱਚ ਆ, ਕੋਈ ਵਪਾਰੀ ਬਾਅਦ ਦੇ ਵਿੱਚ ਆ, ਕੋਈ ਡਾਕਟਰ ਬਾਅਦ ਦੇ ਵਿੱਚ ਆ। ਪਹਿਲਾਂ ਅਸੀਂ ਇਸ ਮਿੱਟੀ ਦਾ ਦਿੱਤਾ ਖਾਂਦੇ ਆ, ਇਸ ਮਿੱਟੀ ਦੇ ਵਿੱਚ ਰਲ ਜਾਣਾ। ਇਸ ਕਰਕੇ ਸਾਡਾ ਇਖਲਾਕੀ ਫਰਜ਼ ਬਣਦਾ ਕਿ ਅਸੀਂ ਵਕਤ ਦੇ ਵਿੱਚੋਂ ਵਕਤ ਕੱਢ ਕੇ ਅਸੀਂ ਚੌਥੀ ਵਾਰ ਆਏ ਹਾਂ। ਅਸੀਂ ਪ੍ਰਾਈਮ ਏਸ਼ੀਆ ਟੀਵੀ ਦੀ ਟੀਮ ਦੇ ਵੱਲੋਂ ਆਉਂਦੇ ਹਾਂ। ਹਰ ਵਾਰ ਦਿਲ ਕਰਦਾ ਜੀ ਕਿ ਵੱਧ ਤੋਂ ਵੱਧ ਜਾਣਕਾਰੀਆਂ ਲੈ ਕੇ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕਰੀਏ, ਅਤੇ ਸਾਡਾ ਫਰਜ਼ ਵੀ ਬਣਦਾ। ਜਦੋਂ ਪਹਿਲੀ ਵਾਰ ਅਸੀਂ ਆਏ ਲਗਭਗ 1.5 ਮਹੀਨਾ ਪਹਿਲਾਂ, ਉਦੋਂ ਤੇ ਹੁਣ ਦਾ ਜੇਕਰ ਮੈਂ ਤੁਲਨਾਤਮਕ ਅਧਿਐਨ ਕਰਾਂ, ਉਦੋਂ ਇਹ ਅੰਦੋਲਨ ਆ ਜਿਹੜਾ ਕਹਿ ਦਈਏ ਵੀ ਹਜੇ ਜਵਾਨ ਹੋ ਰਿਹਾ ਸੀ ਤੇ ਹੁਣ ਜਵਾਨ ਹੋ ਚੁੱਕਿਆ। ਬਸ ਇਹਦੇ 'ਚ ਇਹ ਇੰਨੀ ਕੁ ਤਬਦੀਲੀ ਆ। ਉਦੋਂ ਲੋਕ ਆ ਰਹੇ ਸੀ ਇਕੱਲੇ, ਹੁਣ ਆ ਕੇ ਰੁਕੇ ਵੀ ਹੋਏ ਤੇ ਹੋਰ ਆ ਰਹੇ ਆ। ਹੁਣ ਇਹਦੇ 'ਚ ਬਸ ਇੰਨੀ ਕੁ ਤਬਦੀਲੀ ਆ। ਦੂਜੀ ਗੱਲ ਇਹ ਆ ਵੀ ਸਿਰੜ ਉਦੋਂ ਵੀ ਬਹੁਤ ਸੀ, ਸਿਰੜ ਹੁਣ ਵੀ ਬਹੁਤ ਆ। ਸ਼ਾਂਤਮਈ ਉਦੋਂ ਵੀ ਸੀ, ਸ਼ਾਂਤਮਈ ਹੁਣ ਵੀ ਬਹੁਤ ਆ। ਲੰਗਰ ਉਦੋਂ ਵੀ ਬਹੁਤ ਚੱਲਦੇ ਸੀ, ਲੰਗਰ ਹੁਣ ਵੀ ਬਹੁਤ ਆ। ਜਜ਼ਬਾ ਉਦੋਂ ਵੀ ਬਹੁਤ ਸੀ, ਜਜ਼ਬਾ ਹੁਣ ਵੀ ਬਹੁਤ ਆ। ਟਰਾਲੀਆਂ ਉਦੋਂ ਵੀ ਨਹੀਂ ਗਿਣੀਆਂ ਜਾਂਦੀਆਂ ਸੀ, ਟਰਾਲੀਆਂ ਹੁਣ ਵੀ ਨਹੀਂ ਗਿਣੀਆਂ ਜਾਂਦੀਆਂ। ਸੋ ਇਹੋ ਜਿਹੀ ਜਿਹੜੀ ਆ ਸਪਿਰਿਟ, ਇਹੋ ਜਿਹੀ ਊਰਜਾ ਜਿਹੜੀ ਉਹ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਸਲਾਮ ਆ ਸਾਰਿਆਂ ਨੂੰ। ਪਰ ਤੁਸੀਂ ਦੇਖਿਆ ਕਿ ਜਦੋਂ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਉਹ ਰੰਗ ਸਾਰੇ ਹੀ ਇਹਦੇ ਵਿੱਚ ਦੇਖਣ ਨੂੰ ਮਿਲੇ ਆ। ਜੇ ਅਸੀਂ ਸ਼ਹੀਦੀ ਦੇ ਦਿਨ ਦੀ ਗੱਲਾਂ ਕਰੀਏ ਤਾਂ ਉਹ ਵੀ ਇੱਥੇ ਮਨਾਏ ਗਏ, ਇੱਥੇ ਹੀ ਆਨੰਦਪੁਰ ਤੇ ਇੱਥੇ ਹੀ ਫਤਿਹਗੜ੍ਹ ਸਾਹਿਬ ਸਿਰਜਿਆ ਗਿਆ। ਤੇ ਜੇ ਅਸੀਂ ਗੱਲ ਕਰਦੇ ਲੋਹੜੀ, ਹਾਲਾਂਕਿ ਸੋਗ ਵਜੋਂ ਮਨਾਈ ਗਈ ਆ, ਪਰ ਉਹ ਲੋਹੜੀ ਦੇ ਵਿੱਚ ਵੀ ਇਦਾਂ ਦੇ ਗੀਤ ਗਾਏ ਜਿਹੜੇ ਕਿ ਕੇਂਦਰ ਸਰਕਾਰ ਨੂੰ ਲਾਹਨਤਾਂ ਪਾਉਂਦੇ ਸੀਗੇ। ਪਰ ਤੁਸੀਂ ਦੇਖੋ ਕਿ 18 ਤਰੀਕ ਨੂੰ ਇੱਥੇ ਮਹਿਲਾ ਦਿਵਸ ਵੀ ਮਨਾ ਰਹੇ ਨੇ, ਜਿੱਥੇ ਸਾਰੀ ਸਟੇਜ ਤੇ ਸਾਰੇ ਸਿਕਿਉਰਿਟੀ, ਸਾਰੀ ਹੀ ਜਿਹੜੀ ਆਪਾਂ ਇੱਥੋਂ ਦੇ ਪ੍ਰਬੰਧ ਕਹੀਏ ਉਹ ਔਰਤਾਂ ਸਾਂਭਣਗੀਆਂ। ਕਿਸ ਤਰ੍ਹਾਂ ਦੇਖਦੇ ਹੋ ਕਿ ਇੰਨਾ ਵੱਡਾ ਬਦਲਾਵ ਤੇ ਕੇਂਦਰ ਸਰਕਾਰ ਫਿਰ ਵੀ ਟਸ ਤੋਂ ਮਸ ਨਹੀਂ ਹੋ ਰਹੀ? ਉਹ ਨਾ ਜਿਵੇਂ ਕਹਿੰਦੇ ਹੁੰਦੇ ਵੀ ਉਹਨਾਂ ਰੱਜ ਕੇ ਜ਼ਲੀਲ ਕੀਤਾ ਤੇ ਉਹਨਾਂ ਨੇ ਮਾਸਾ ਨਹੀਂ ਫੀਲ ਕੀਤਾ, ਉਹ ਇਹ ਗੱਲ ਬਣੀ ਪਈ ਆ। ਇਸ ਤੋਂ ਵੱਡੀਆਂ ਤਾਂ ਲਾਹਨਤਾਂ ਪੈ ਵੀ ਨਹੀਂ ਸਕਦੀਆਂ। ਜੇਕਰ ਬੰਦਾ ਗੈਰਤਮੰਦ ਹੋਵੇ ਤੇ ਖਾਸ ਕਰਕੇ ਸੰਵੇਦਨਸ਼ੀਲ ਹੋਵੇ, ਤੁਹਾਨੂੰ ਹੁਣ ਇੱਕ ਟਿੱਪਣੀ ਮਾੜੀ ਆ ਜੇ ਤੁਹਾਡੇ ਫੇਸਬੁੱਕ ਖਾਤੇ ਤੇ, ਨੀਂਦ ਨਹੀਂ ਆਊਗੀ ਤੁਹਾਨੂੰ। ਤੁਸੀਂ ਕਹੋਗੇ ਵੀ ਪਤਾ ਨਹੀਂ ਕਿਹੜੀ ਗੱਲੋਂ ਆ ਗਾਲ ਦੁੱਪੜ ਕੱਢ ਗਿਆ, ਪਤਾ ਨਹੀਂ ਇਹਨੇ ਅਪਸ਼ਬਦਾਂ ਦੀ ਵਰਤੋਂ ਕਿਉਂ ਕੀਤੀ। ਹਾਲਾਂਕਿ ਕਿਸੇ ਨੂੰ ਵੀ ਕਿਸੇ ਬਾਰੇ ਅਪਸ਼ਬਦ ਨਹੀਂ ਵਰਤਣੇ ਚਾਹੀਦੇ, ਪਰ ਜਦੋਂ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਕਹਿੰਦੇ ਹੋਣ ਤੇ ਆਪਾਂ ਫੇਰ ਵੀ ਨਾ ਧਿਆਨ ਦੇਈਏ। ਅਸੀਂ ਮਨ ਕੀ ਬਾਤ ਜਿੱਥੇ ਕਹਿੰਦੇ, ਜਿਹੜੇ YouTube ਦੇ ਉੱਤੇ ਮਨ ਕੀ ਬਾਤ ਮੋਦੀ ਸਾਹਿਬ ਕਰਦੇ ਆ, ਉਹਦੇ ਥੱਲੇ ਹੀ ਕਮੈਂਟ ਪੜ੍ਹ ਲੈਣ।
ਤੁਸੀਂ ਜਿਹੜੇ ਤੁਹਾਡੇ ਅਫੀਸ਼ੀਅਲ ਚੈਨਲ ਆ, ਜਿਹੜੇ ਤੁਹਾਡੇ ਅਫੀਸ਼ੀਅਲ ਪੇਜ ਆ, ਉਹਦੇ ਥੱਲੇ ਆਪਦੀ ਵਾਰਤਾ ਦੇ ਕਮੈਂਟ ਜਿਹੜੇ ਉਹ ਪੜ੍ਹ ਲਓ, ਤੁਹਾਨੂੰ ਇਲਮ ਹੋ ਜਾਂਦਾ ਵੀ ਭਾਈ ਅਸੀਂ ਕਿੱਥੇ ਜੇ ਖੜੇ ਆ, ਲੋਕ ਸਾਡੇ ਕੋਲੋਂ ਕਿੰਨੇ ਕੁ ਸੰਤੁਸ਼ਟ ਆ। ਦੁੱਖ ਹੁੰਦਾ ਇਹਨਾਂ ਗੱਲਾਂ ਦੇ ਉੱਤੇ। ਹੁਣ ਵੀ ਕਹਿੰਦੇ ਜੀ ਕਿ ਕਾਨੂੰਨਾਂ 'ਚ ਸੋਧ ਕਰ ਦਿੰਦੇ ਆ। ਹੈਰਾਨੀ ਇਸ ਗੱਲ ਦੀ ਆ ਵੀ ਤੁਹਾਡੇ ਕੋਲੇ ਕਹਿੰਦੇ ਬਹੁਤ ਵੱਡੇ ਥਿੰਕ ਟੈਂਕ ਆ, ਤੁਸੀਂ ਕਹਿੰਦੇ ਵੀ ਬਹੁਤ ਵੱਡੇ ਵਿਚਾਰਵਾਨ ਆ, ਸੋਚਾਂ ਦੇ ਮਾਲਕ ਆ। ਪੁੱਛਦੇ ਤੁਸੀਂ ਕਿਸਾਨਾਂ ਨੂੰ ਆ ਵੀ ਕੋਈ ਬਦਲਾਅ ਦੱਸ ਦਿਓ, ਫਿਰ ਕੋਈ ਅਲਟਰਨੇਟ ਦੱਸ ਦਿਓ, ਤੁਸੀਂ ਐਸੇ ਕਰ ਦਿਓ, ਤੁਸੀਂ ਵੈਸੇ ਕਰ ਦਿਓ। ਸੋ ਇਹ ਆ ਵੀ ਇਸ ਵਕਤ ਪੰਜਾਬੀਆਂ ਨੇ ਤੇ ਸਮੁੱਚੇ ਦੇਸ਼ ਦੇ ਕਿਸਾਨਾਂ ਨੇ ਇਹ ਗੱਲ ਦੱਸ ਦਿੱਤੀ ਹੈ ਵੀ ਅੰਦੋਲਨ ਕਿਵੇਂ ਚਲਾਈਦਾ, ਇਹ ਦੱਸ ਦਿੱਤਾ ਵੀ ਏਕਤਾ ਕਿਵੇਂ ਹੁੰਦੀ ਆ। ਹੁਣ ਤੱਕ ਸਾਡੇ 'ਚ ਵੰਡੀਆਂ ਪਾਈਆਂ ਸੀ। ਇੱਕ ਗੱਲੋਂ ਤਾਂ ਮੈਂ ਧੰਨਵਾਦ ਵੀ ਕਰਦਾ ਵੀ ਸਾਨੂੰ ਵਿਛੜਿਆਂ ਨੂੰ ਮਿਲਾਇਆ, ਸਾਨੂੰ ਸਾਡੇ ਇਤਿਹਾਸ ਦੀ ਯਾਦ ਦਿਵਾਈ ਆ, ਸਾਨੂੰ ਏਕੇ ਦੀ ਤੰਦ ਦੇ ਵਿੱਚ ਪੁਰਨ ਦਿੱਤਾ। ਸੋ ਇਹ ਜਿਹੜਾ ਸਾਡਾ ਏਕਾ ਇੱਕ ਨਾ ਇੱਕ ਦਿਨ ਉਹਨਾਂ ਨੂੰ ਝੁਕਾਊਗਾ, ਮੈਨੂੰ ਇਸ ਗੱਲ ਦੀ ਆਸ ਆ। ਹਰਮਨ ਜੀ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਲਗਾਤਾਰ ਕੇਂਦਰ ਸਰਕਾਰ ਇਹ ਕਹਿ ਰਹੀ ਹੈ ਕਿ ਮਾਤਾਵਾਂ ਤੇ ਬੱਚੇ ਆ ਜਿਹੜੇ ਉਹ ਘਰਾਂ ਨੂੰ ਚੱਲ ਜਾਣ, ਪਰ ਲਗਾਤਾਰ ਵੱਡੀ ਤਾਦਾਦ ਦੇ ਵਿੱਚ ਜਥੇ ਆ ਜਿਹੜੇ ਉਹ ਮਾਤਾਵਾਂ ਦੇ ਆ ਰਹੇ ਨੇ। ਅਸਲ ਦੇ ਵਿੱਚ ਮੈਨੂੰ ਇਹ ਲੱਗਦਾ ਵੀ ਸ਼ਾਇਦ ਕੇਂਦਰ ਸਰਕਾਰ ਇਹ ਅੰਦਾਜ਼ਾ ਹੀ ਨਹੀਂ ਲਗਾ ਸਕੀ ਕਿ ਸਾਡੀਆਂ ਮਾਤਾਵਾਂ ਦੇ ਅੰਦਰ ਜੋਸ਼ ਜਜ਼ਬਾ ਕਿੰਨਾ ਹੈ, ਸਾਡੇ ਬੱਚਿਆਂ ਦੇ ਅੰਦਰ ਜੋਸ਼ ਜਜ਼ਬਾ ਕਿੰਨਾ ਹੈ। ਸ਼ਾਇਦ ਤਾਂ ਹੀ ਉਹ ਇਹ ਗੱਲਾਂ ਵਾਰ-ਵਾਰ ਕਹਿ ਰਹੇ ਨੇ ਵੀ ਵਾਪਸ ਚਲੇ ਜਾਓ, ਪਰ ਨਹੀਂ, ਮਾਤਾਵਾਂ ਦੇ ਜਥੇ ਜਿਸ ਹਿਸਾਬ ਦੇ ਨਾਲ ਇੱਥੇ ਆ ਰਹੇ ਨੇ ਔਰ ਜਿਸ ਹਿਸਾਬ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਗੱਲ 'ਚ ਅੱਗੇ ਨੇ, ਮੋਰੀ ਨੇ, ਉਸ ਹਿਸਾਬ ਤੋਂ ਇਹ ਲੱਗਦਾ ਹੈ ਕਿ ਇਹ ਚਾਹੇ ਜੋ ਮਰਜ਼ੀ ਹੋ ਜਾਏ, ਇਹ ਜੱਥੇ ਇਸੇ ਤਰੀਕੇ ਨਾਲ ਵਧਣਗੇ, ਇਸੇ ਤਰੀਕੇ ਨਾਲ ਗਿਣਤੀ 'ਚ ਵਾਧਾ ਹੋਏਗਾ। ਚਾਹੇ ਕੇਂਦਰ ਸਰਕਾਰ ਜਿੰਨਾ ਮਰਜ਼ੀ ਰੌਲਾ ਪਾ ਲੇ ਵੀ ਵਾਪਸ ਚਲ ਜਾਓ, ਪਰ ਇਹ ਮਾਤਾਵਾਂ, ਇਹ ਭੈਣਾਂ, ਇਹ ਬੱਚੇ ਇੱਥੋਂ ਹਿੱਲਣ ਵਾਲੇ ਨਹੀਂ। ਜੀ, ਸੁਪਰੀਮ ਕੋਰਟ ਦੇ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਕਿ ਇੱਕ ਤਾਂ 4 ਮੈਂਬਰੀ ਕਮੇਟੀ ਬਣਾ ਦਿੱਤੀ, ਉੱਤੋਂ ਕਹਤਾ ਸਟੇ ਅਸੀਂ ਲਾ ਦਾਂਗੇ, ਤੇ ਜਿਹੜੇ ਬੱਚੇ ਬਜ਼ੁਰਗ ਉਹ ਸੁਪਰੀਮ ਕੋਰਟ ਵੀ ਕਹਿ ਰਹੀ ਹੈ ਕਿ ਉਹ ਘਰਾਂ ਨੂੰ ਚਲੇ ਜਾਣ, ਜੇ ਨੁਕਸਾਨ ਹੁੰਦਾ ਤਾਂ ਤੁਸੀਂ ਜ਼ਿੰਮੇਵਾਰ। ਗੱਲ ਇਹ ਆ ਵੀ ਅਸੀਂ ਨਾ ਹੁਣ ਲਗਾਤਾਰ ਪ੍ਰੋਗਰਾਮ ਕਰ ਰਹੇ ਹਾਂ। ਹੁਣੇ ਅਸੀਂ ਇੱਕ ਪ੍ਰੋਗਰਾਮ ਮਾਤਾਵਾਂ ਦੇ ਨਾਲ ਕੀਤਾ ਜੀ, ਅਸੀਂ ਹਰਿਆਣੇ ਦੀਆਂ ਭੈਣਾਂ ਦੇ ਨਾਲ ਵੀ ਕੀਤਾ ਤੇ ਪੰਜਾਬਣਾਂ ਦੇ ਨਾਲ ਵੀ। ਅਸੀਂ ਸੋਚਿਆ ਵੀ ਸ਼ਾਇਦ ਪੰਜਾਬਣਾਂ ਦੀ ਸੋਚ ਹੋਰ ਹੋਵੇ, ਹਰਿਆਣਵੀ ਭੈਣਾਂ ਦੀ ਹੋਰ ਹੋਵੇ। ਹਰਿਆਣਵੀਆਂ ਦੇ ਨਾਲ ਅਸੀਂ ਟਰਾਲੀ 'ਚ ਕੀਤਾ, ਉਹ ਵੀ ਕਹਿਣਗੇ ਹਮ ਕਿਉਂ ਜਾਏ, ਤੇ ਪੰਜਾਬਣਾਂ ਨੂੰ ਕਿਹਾ, ਉਹ ਕਹਿੰਦੇ ਅਸੀਂ ਕਿਉਂ ਜਾਈਏ। ਉਹ ਕਹਿੰਦੇ ਬੱਚੇ ਅਸੀਂ ਲੈ ਕੇ ਆ ਰਹੀਆਂ, ਜਾਂਦੀਆਂ ਨਹੀਂ। ਜਿਨ੍ਹਾਂ ਨੇ ਜਾਣਾ ਉਹ ਕਹਿੰਦੇ ਨਹੀਂ ਜਾਣਾ, ਤੁਸੀਂ ਕਹਿੰਦੇ ਜਾਓ। ਉਹ ਤਾਂ ਕਹਿਣਗੇ ਵੀ ਅਸੀਂ ਲੈ ਕੇ ਆਉਂਦੇ ਆਪਦੇ ਟੱਬਰ ਦੇ ਬਾਕੀ ਜੀ ਵੀ। ਇਸ ਕਰਕੇ ਇਹਨਾਂ ਦੇ ਕਹਿਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਕਿ ਬੱਚੇ ਚਲੇ ਜਾਓ, ਬਜ਼ੁਰਗ ਚਲੇ ਜਾਓ, ਭੈਣਾਂ ਚਲੇ ਜਾਓ। ਜੇ ਇੰਨੇ ਫਿਕਰਮੰਦ ਹੋ ਤੁਸੀਂ ਮਸਲੇ ਦਾ ਹੱਲ ਕਰ ਦਿਓ। ਸਾਰੇ ਹੀ ਜਾਂਦੇ, ਇਕੱਠੇ ਹੋ ਕੇ ਜਾਂਦੇ ਆ, ਇਕੱਠੇ ਹੋ ਕੇ ਆਏ ਆ। ਦੂਜੀ ਗੱਲ ਇਹ ਆ ਵੀ ਸੁਪਰੀਮ ਕੋਰਟ ਦਾ ਸਤਿਕਾਰ ਅਸੀਂ ਕਰਦੇ ਆ। ਸੁਪਰੀਮ ਕੋਰਟ ਦੇ ਫੈਸਲਿਆਂ ਦੇ ਉੱਤੇ ਟਿੱਪਣੀ ਕਰਨ ਦਾ ਸਾਡਾ ਅਧਿਕਾਰ ਨਹੀਂ ਗਾ, ਪਰ ਸੁਪਰੀਮ ਕੋਰਟ ਦੇ ਉੱਤੇ ਵੀ ਬੇਭਰੋਸਗੀ ਪਿਛਲੇ ਕੁਝ ਕੁ ਸਮੇਂ ਤੋਂ ਕਿਵੇਂ ਪੈਦਾ ਹੋ ਰਹੀ ਆ, ਇਹਦੇ ਬਾਬਤ ਆ ਸੁਪਰੀਮ ਕੋਰਟ ਨੇ 4 ਮੈਂਬਰੀ ਕਮੇਟੀ ਬਣਾਈ ਹੋਵੇ, 48 ਘੰਟੇ ਪਏ ਨਾ ਹੁਣ ਕਮੇਟੀ ਕਿਰਨੀ ਸ਼ੁਰੂ ਹੋ ਜੇ। ਸੁਪਰੀਮ ਕੋਰਟ ਦੀ ਕਮੇਟੀ ਆ ਜਾਂ ਸਰਕਾਰ ਦੀ ਕਮੇਟੀ ਆ, ਪਹਿਲਾਂ ਤਾਂ ਇਹੀ ਨਹੀਂ ਫੈਸਲਾ ਹੁੰਦਾਗਾ। ਸੋ ਇਹ ਸਾਰਾ ਕੁਝ ਇੱਕ ਭੰਬਲ ਭੂਸਾ ਜਾ ਘੁੰਮ ਕੇ ਵਲ ਕੇ ਕੰਨ ਫੜਨ ਦੀ ਕੋਸ਼ਿਸ਼ ਕੀਤੀ ਗਈ ਆ। ਪਰ ਕਿਸਾਨ ਜਿਹਨੂੰ ਕਹਿੰਦੇ ਨੇ ਜਾਗਰੂਕ ਨਹੀਂ, ਇਹ ਤਾਂ ਭੋਲਾ ਹੈ, ਇਹ ਤਾਂ ਅਨਪੜ੍ਹ ਹੈ, ਉਹਨਾਂ ਨੇ ਨਾਸੀ ਧੂੰਆਂ ਲਿਆਂਦਾ ਹੋਇਆ। ਜਦੋਂ ਤੁਸੀਂ ਦੇਖਦੇ ਹੋ ਕਿ ਜਦੋਂ ਸਿੱਖ ਇੱਥੇ ਆ ਕੇ ਬੈਠ ਜਾਂਦੇ ਨੇ ਤਾਂ ਅੱਤਵਾਦੀ ਤੇ ਖਾਲਿਸਤਾਨੀ ਦੇ ਨਾਂ ਉਹਨਾਂ ਨੂੰ ਟੈਗ ਦਿੱਤੇ ਜਾਂਦੇ ਨੇ, ਪਰ ਜੇ ਹਿੰਦੂ ਆਉਂਦਾ ਤਾਂ ਕਹਿੰਦਾ ਮੈਂ ਖਾਲਿਸਤਾਨੀ, ਜੇ ਹਰਿਆਣਵੀ ਕਹਿੰਦਾ ਤਾਂ ਅਸੀਂ ਵੀ ਅੱਤਵਾਦੀ। ਕਿਵੇਂ ਦੇਖਦੇ ਸੀ? ਦੇਖੋ ਗੱਲ ਇਹ ਹੈ ਜੀ ਕਿ ਇਹਨਾਂ ਨੇ ਦੇਸ਼ ਧਰੋਹੀ ਦੀ ਤੇ ਦੇਸ਼ ਭਗਤ ਦੀ ਪਰਿਭਾਸ਼ਾ ਨਵੇਂ ਸਿਰੋਂ ਲਿਖੀ ਆ। ਹੁਣ ਇਹ ਅੱਤਵਾਦੀ ਦੀ ਪਰਿਭਾਸ਼ਾ, ਖਾਲਿਸਤਾਨੀ ਦੀ ਪਰਿਭਾਸ਼ਾ ਵੀ ਨਵੇਂ ਸਿਰੋਂ ਲਿਖ ਰਹੇ ਆ। ਮੈਨੂੰ ਤਾਂ ਕੋਈ ਲੱਗਾ ਨਹੀਂ ਸੀ, ਚੌਥੀ ਵਾਰ ਆਏ ਆ, ਸਾਡੇ ਤਾਂ ਕੋਈ ਇਹੋ ਜਿਹੀ ਐਨਕ ਲੱਗੀ ਨਹੀਂ ਧਰਮ ਦੀ। ਸਾਨੂੰ ਤਾਂ ਇਉਂ ਲੱਗਦਾ ਵੀ ਯਾਰ ਇੱਥੇ ਸਿੱਖ ਦਾ ਮਸਲਾ ਥੋੜੀ ਇਹ ਹਿੰਦੂ ਦਾ ਮਸਲਾ ਥੋੜੀ ਆ, ਇਹ ਤਾਂ ਕਿਸਾਨ ਦਾ ਮਸਲਾ। ਕਿਸਾਨ ਈਸਾਈ ਵੀ ਹੋ ਸਕਦਾ, ਕਿਸਾਨ ਜੈਨੀ ਬੋਧੀ ਵੀ ਹੋ ਸਕਦਾ, ਇਹਦੇ ਵਿੱਚ ਕਿੱਧਰ ਅੱਤਵਾਦੀ ਆ ਗਿਆ। ਫਿਰ ਅਸੀਂ ਹੁਣ ਲੰਗਰਾਂ ਦੀ ਇੱਕ ਇੰਟਰਵਿਊ ਕਰਕੇ ਆਏ ਹਾਂ, ਲੰਗਰ ਚਲਾਉਣ ਵਾਲਿਆਂ ਦੀ। ਅਸੀਂ ਉਹਨਾਂ ਸਾਰਿਆਂ ਨੂੰ ਪੁੱਛਿਆ, ਮੈਂ ਕਿਹਾ ਵੀ ਤੁਸੀਂ ਆਹ ਦੇਖੋ, ਆਹ ਪੀਜ਼ੇ ਆ ਨਾ ਜਿਹੜੇ ਇੱਕ ਬੰਬ ਬਣਾਈ ਜਾਂਦੇ ਆ, ਤੁਸੀਂ ਕਿੰਨੇ ਬੰਦੇ ਮਾਰਤੇ ਨਾ ਬੰਬਾਂ ਦੇ ਨਾਲ ਹੁਣ ਤੱਕ। ਫਿਰ ਅਸੀਂ ਪੁੱਛਿਆ ਸੈਂਡਵਿਚਾਂ ਦਾ ਲੰਗਰ ਲੱਗਾ, ਉਹਨਾਂ ਨੂੰ ਅਸੀਂ ਪੁੱਛਿਆ, ਜਦੋਂ ਉਹ ਕਹਿੰਦੇ ਜੀ ਅਸੀਂ ਸੈਂਡਵਿਚ ਇੰਨੇ ਦਿਨਾਂ ਤੋਂ ਵਰਤਾ ਰਹੇ ਹਾਂ, ਹੁਣ ਅਸੀਂ ਸੈਂਡਵਿਚ ਨੂੰ ਕਿਰਚਾਂ ਮੰਨੀਏ ਕਿ ਕਿਰਪਾਨਾਂ ਮੰਨੀਏ, ਤਲਵਾਰਾਂ ਮੰਨ ਲਈਏ? ਉਹਨਾਂ ਨੂੰ ਦੱਸੋ ਅਸੀਂ ਕਿਹੜਾ ਹਥਿਆਰ ਮੰਨ ਲਈਏ। ਲੋਕ ਤਾਂ ਲੰਗਰ ਵਰਤਾ ਰਹੇ ਆ। ਇਹ ਕਹਿੰਦੇ ਜੀ ਕਿ ਇਹ ਤੋਂ ਐਸੇ ਖਾਣੇ ਆਏ हैं, ये तो ऐसे करने आए हैं। ਆ ਹੁਣੇ ਇੱਕ ਸਾਥੀ ਨੇ ਕਿਹਾ, ਉਹ ਕਹਿੰਦੇ ਜੀ ਇਹ ਤੋਂ ਹਲਵਾ ਖਾਣੇ ਆਏ हैं। ਉਹ ਕਹਿੰਦਾ ਗਾਜਰ ਸਾਡੇ ਖੇਤ ਦੀ, ਖੰਡ ਸਾਡੇ ਗੰਨੇ ਦੀ, ਦੁੱਧ ਸਾਡੀ ਮੱਝ ਦਾ, ਤੇ ਤੁਹਾਨੂੰ ਕੀ ਜੋ ਮਰਜ਼ੀ ਖਵਾਈਏ, ਗੱਲ ਖਤਮ ਹੋ ਗਈ। ਤੇ ਤੁਸੀਂ ਦੇਖੋ ਕਿ ਇਸ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨ ਆਗੂਆਂ ਵੱਲੋਂ ਵੀ ਸਟੇਜ ਤੇ ਇਦਾਂ ਦੀ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਜੇ ਤੁਸੀਂ ਖਾਲਿਸਤਾਨ ਬਣਾਉਣਾ ਤਾਂ ਅਮਰੀਕਾ 'ਚ ਬਣਾ ਲਓ। ਜੇ ਤੁਸੀਂ ਗੱਲ ਕਰਦੇ ਹੋ ਇੱਥੇ ਕੋਈ ਵੀ ਖਾਲਿਸਤਾਨੀ ਦੇ ਜਿਹੜੇ ਲੋਕ ਆ ਉਹ ਜੇ ਸਾਨੂੰ ਫੰਡਿੰਗ ਕਰਦੇ ਨੇ ਤਾਂ ਉਹ ਤੁਹਾਡੀ ਅਸੀਂ ਮਨਜ਼ੂਰ ਕਰਦੇ ਹਾਂ, ਪਰ ਜੇ ਤੁਸੀਂ ਖਾਲਿਸਤਾਨ ਦੀ ਗੱਲ, ਹਾਲਾਂਕਿ ਕੋਈ ਵੀ ਇੱਥੇ ਖਾਲਿਸਤਾਨ ਦਾ ਏਜੰਡਾ ਨਹੀਂ ਲੈ ਕੇ ਆਇਆ, ਉਹ ਇੱਕ ਹੀ ਗੱਲ ਕਰਦੇ ਨੇ ਕਿ ਅਸੀਂ ਨਿਰੋਲ ਕਿਸਾਨ ਆ ਤੇ ਕਿਸਾਨੀ ਨਾਲ ਸੰਬੰਧਿਤ ਆ ਤੇ ਸਾਡਾ ਇੱਕ ਹੀ ਟੀਚਾ ਹੈ ਬਿੱਲ ਰੱਦ ਕਰਵਾਉਣਾ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜਦੋਂ ਕੋਈ ਇਕੱਠ ਹੁੰਦਾ ਨਾ ਲੱਖਾਂ ਦੀ ਗਿਣਤੀ ਦੇ ਵਿੱਚ,
ਉਹਦੇ ਵਿੱਚ ਜੇਕਰ ਕਿਸੇ ਦੇ 2 4 5 ਜਣਿਆਂ ਨੇ ਕੋਈ ਨਾਅਰਾ ਲਾਇਆ, ਹਾਲਾਂਕਿ ਅਸੀਂ ਤਾਂ ਸੁਣਿਆ ਨਹੀਂਗਾ, ਤਾਂ ਤੁਸੀਂ ਉਸ ਗੱਲ ਨੂੰ ਉਭਾਰੋਗੇ ਜਾਂ ਜਿਹੜੇ 99.9% ਲੋਕ ਜਿਹੜੇ ਮਸਲੇ ਨੂੰ ਲੈ ਕੇ ਆਏ ਉਹਨੂੰ ਉਭਾਰੋਗੇ? ਇਹ ਤਾਂ ਜਿਹੜੇ ਲੋਕਾਂ ਦੀ ਸੋਚ ਹੀ ਹੈ ਵੀ ਆਪਾਂ ਇਹਨਾਂ ਨੂੰ ਇਦਾਂ ਬਦਨਾਮ ਕਰਨਾ, ਉਹਨਾਂ ਦੇ ਏਜੰਡੇ ਆ, ਇਹ ਉਹਨਾਂ ਦੀਆਂ ਕੋਸ਼ਿਸ਼ਾਂ। ਇਹਨਾਂ ਤੋਂ ਮੇਰਾ ਖਿਆਲ ਹੈ ਵੀ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ, ਸਾਰੇ ਆਪੇ ਹੀ ਨੰਗੇ ਹੋਈ ਜਾਂਦੇ ਆ। ਗੋਦੀ ਮੀਡੀਆ ਵੀ ਆਪੇ ਨੰਗਾ ਹੋ ਗਿਆ। ਜੋ ਕੇਂਦਰ ਦੀ ਸਰਕਾਰ ਨੇ ਕਿਤਾਂ ਕਰਨੀਆਂ ਸੀ, ਜੋ ਵਹਿਬਤਾਂ ਕਰਨੀਆਂ ਸੀ, ਸਾਰਾ ਕੁਝ ਪਤਾ ਲੱਗ ਗਿਆ। ਉਹ ਜੋ ਮਰਜ਼ੀ ਕਰੀ ਜਾਣ। ਇਹ ਕਹਿੰਦੇ ਵੀ ਫੰਡਿੰਗ ਹੁੰਦੀ ਆ, ਜਿਹੜੀਆਂ ਤੁਸੀਂ ਚੋਣਾਂ ਲੜਦੇ ਹੋ ਕਿੱਥੋਂ ਫੰਡਿੰਗ ਆਉਂਦੀ ਆ? ਜਿਨ੍ਹਾਂ ਨੇ ਫੰਡਿੰਗ ਕੀਤੀ ਤੁਸੀਂ ਉਹਨਾਂ ਨੂੰ ਬਚਾਉਣ ਦੇ ਲਈ ਕਾਨੂੰਨ ਬਣਾ ਲਏ ਆ। ਸੋ ਇਸ ਕਰਕੇ ਤੁਸੀਂ ਕਿਹੜਾ ਬਾਸਮਤੀ ਵੇਚ ਕੇ ਸਾਰਾ ਕੁਝ ਕਰਦੇ ਆ? ਜਦੋਂ ਤੁਸੀਂ ਬਾਹਰ ਜਾਂਦੇ ਵਿਦੇਸ਼ਾਂ ਦੇ ਵਿੱਚ ਵੀ MLA MP ਦੀ ਚੋਣ ਆ, ਨਾਲੇ ਆਪਣਿਆਂ ਨੂੰ ਮਿਲੇ ਆਉਂਦੇ ਆ, NRI ਵੋਟ ਪੱਕੀ ਕਰੇ ਆਉਂਦੇ ਆ, ਨਾਲੇ ਉੱਥੋਂ ਪੈਸੇ ਲੈ ਕੇ ਆਵਾਂਗੇ, ਤੇ ਉਹ ਫੰਡਿੰਗ ਕਿਹੜੀ ਹੁੰਦੀ ਆ? ਜੇ ਹੁਣ ਕੋਈ ਦਸਵੰਧ ਆਪਣੇ ਭੈਣਾ ਵੀਰ ਨੂੰ ਕਿਸੇ ਪਿੰਡ ਦੇ ਵਿੱਚ ਭੇਜਦਾ, ਮੰਨ ਲਓ ਕਿਸੇ ਨੇ ਸਾਨੂੰ ਕਹਿਤਾ ਵੀ ਆ ਜੀ 5-10 ਹਜ਼ਾਰ ਰੁਪਇਆ ਤੁਸੀਂ ਜਾ ਕੇ ਉੱਥੇ ਯੋਗਦਾਨ ਪਾ ਦਿਓ, ਮੈਂ ਤੁਹਾਨੂੰ ਫੜਾਉਣਾ, ਤੇ ਅਸੀਂ ਇਹ ਕਹਾਂਗੇ ਵੀ ਭਾਈ ਉਹਨੇ ਬਹੁਤ ਮਾੜਾ ਕਰਤਾ, ਉਹਨੇ ਦਸਵੰਧ ਦਿੱਤਾ ਆਪਣਾ, ਉਹਨੇ ਸਾਨੂੰ ਕੋਈ ਹਥਿਆਰਾਂ ਨਹੀਂ ਥੋੜੀ ਦਿੱਤਾ ਪੈਸਾ। ਉਹਨੇ ਕਿਹਾ ਜੀ ਲੰਗਰ 'ਚ ਯੋਗਦਾਨ ਪਵਾ ਦਿਓ, ਬੂਟਾਂ ਦੇ ਲਈ ਪਾ ਦਿਓ, ਮੈਂ ਦਸਤਾਰਾਂ ਦੇ ਲਈ ਪਾਇਆ ਹੈਗਾ, ਮੈਂ ਕੋਟੀਆਂ ਸਵੈਟਰਾਂ ਦੇ ਲਈ ਪਾਇਆ, ਇਹਦੇ 'ਚ ਮਾੜੀ ਗੱਲ ਕਿਹੜੀ ਆ? ਹੁਣ ਆਪਾਂ ਨਿਚੋੜ ਦੀ ਗੱਲ ਕਰਦੇ ਹਾਂ ਕਿ ਹੁਣ ਤੱਕ ਇਸ ਕੇਂਦਰ ਸਰਕਾਰ ਨੇ ਸਾਫ਼ ਕੱਲ੍ਹ ਦੀ ਮੀਟਿੰਗ ਦੇ ਵਿੱਚ ਕਹਿ ਦਿੱਤਾ ਕਿ ਅਸੀਂ ਇਹ ਬਿੱਲ ਰੱਦ ਨਹੀਂ ਕਰਨੇ, ਚਾਹੇ ਜੋ ਤੁਸੀਂ ਮਰਜ਼ੀ ਕਰ ਦਿਓ। ਪਰ ਕਿਸਾਨ ਵੀ ਡਟੇ ਹੋਏ ਨੇ ਤੇ ਟਰੈਕਟਰ ਪਰੇਡ ਦੇ ਜ਼ਰੀਏ ਸ਼ਾਇਦ ਕਿਤੇ ਵੱਡਾ ਰੂਪ ਕਿਸਾਨੀ ਅੰਦੋਲਨ ਦਾ ਦੇਖਣ ਨੂੰ ਮਿਲ ਸਕਦਾ। ਕੀ ਕਹੋਗੇ ਤੁਸੀਂ? ਬਿਲਕੁਲ ਜੀ, ਦੇਖੋ ਜੇਕਰ ਤੁਸੀਂ ਸਾਨੂੰ ਖੱਜਲ ਕਰੋਗੇ ਤਾਂ ਖੱਜਲ ਹੋਵੋਗੇ ਵੀ, ਦੋਨੋਂ ਗੱਲਾਂ ਹੀ ਆ। ਕਿਸਾਨ ਸੰਘਰਸ਼ ਸ਼ਾਂਤਮਈ ਆ, ਸ਼ਾਂਤਮਈ ਹੀ ਰਹਿਣਾ ਚਾਹੀਦਾ, ਇਹਦੀ ਅਸੀਂ ਕਾਮਨਾ ਕਰਦੇ ਹਾਂ, ਬੇਨਤੀ ਕਰਦੇ ਹਾਂ, ਕਿਉਂਕਿ ਤੜਕ ਭੜਕ ਦਾ ਕੋਈ ਕਿਸੇ ਦਾ ਇਰਾਦਾ ਨਹੀਂ। ਸਾਨੂੰ ਤਾਂ ਬਈ ਕੋਈ ਇਹੋ ਜਿਹਾ ਬੰਦਾ ਲੱਭਿਆ ਨਹੀਂਗਾ ਜਿਹਦੇ ਹੱਥ ਦੇ ਵਿੱਚ ਡੰਡਾ ਵੀ ਫੜਿਆ ਹੋਵੇ, ਜਿਹਦੇ ਹੱਥ ਦੇ ਵਿੱਚ ਇੱਟ ਵੱਟਾ ਫੜਿਆ ਹੋਵੇ। ਐਵੇਂ ਬਦਨਾਮ ਕਰਨ ਨੂੰ ਕਰਨਾ ਕਰੀ ਜਾਓ ਤੇ ਉਹਦੇ ਨਾਲ ਕੋਈ ਫਰਕ ਨਹੀਂ ਜੇ ਪੈਂਦਾ। ਉਸ ਤੋਂ ਅਗਲੀ ਗੱਲ ਇਹ ਹੈਗੀ ਆ ਵੀ ਇਸ ਅੰਦੋਲਨ ਦੇ ਵਿੱਚ ਰੂਹ ਇਹਨਾਂ ਦੇ ਮੂਰਖਮਤੀ ਵਾਲੇ ਬਿਆਨਾਂ ਦੇ ਕਰਕੇ ਵੀ ਫੂਕੀ ਜਾ ਰਹੀ ਆ। ਮਸਲੇ ਦਾ ਹੱਲ ਤਾਂ ਕੀ ਕਰਨਾ, ਉੱਤੋਂ ਜ਼ਖਮ ਉਚੇੜਨ ਵਾਲੀ ਗੱਲ ਕਰਦੇ ਆ। ਆ ਹੇਮਾ ਮਾਲਿਨੀ ਕਦੇ ਕਹਿ ਦਿੰਦੀ ਆ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕਿਸਾਨਾਂ ਨੂੰ ਅਸੀਂ ਆਏ ਕਿਹੜੀ ਗੱਲੋਂ ਆ। ਕੋਈ ਕਹਿ ਦਿੰਦੀ ਆ ਉੱਠ ਕੇ ਜੀ ਇਹ ਤਾਂ 100 ਰੁਪਏ 'ਚ ਵਿਕਦੇ ਆ, ਕੋਈ ਉੱਠ ਕੇ ਕਹਿੰਦੇ ਨੇ ਪਿਕਨਿਕ ਤੇ ਆਏ ਆ। ਉਹ ਜਿਹੜੇ ਪਿਕਨਿਕ ਵਾਲੇ ਕਹਿੰਦੇ ਨੇ ਘਰ ਦੇ ਵਿੱਚ ਗੋਹੇ ਦੀ ਟਰਾਲੀ ਆ ਜਾਂਦੀ ਆ। ਸੋ ਕਹਿਣ ਦਾ ਭਾਵ ਇਹ ਆ ਜੀ ਕਿ ਇਹਨਾਂ ਨੂੰ ਤੋਲ ਕੇ ਬੋਲਣਾ ਚਾਹੀਦਾ। ਇਸ ਵਕਤ ਲੋਕਾਂ ਦੇ ਰੋਹ ਨੂੰ ਹੋਰ ਭਖਾਉਣਾ ਨਹੀਂ ਚਾਹੀਦਾ, ਭੜਕਾਉਣਾ ਨਹੀਂ ਚਾਹੀਦਾ। ਹਰਮਨਜੀਤ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਵੀਰ ਜੀ ਨੇ ਹੁਣੇ ਗੱਲ ਕਹਿ ਦਿੱਤੀ ਕਿ ਵਾਕਿਆ ਜਦੋਂ BJP ਦੀਆਂ ਰੈਲੀਆਂ ਹੁੰਦੀਆਂ ਨਾ ਤਾਂ ਉਹਨਾਂ ਦੇ ਜਿਹੜੇ ਵਿਰੋਧ ਕਰਦੇ ਉਹਨਾਂ ਤੇ ਦੇਸ਼ ਧਰੋਹੀ ਦੇ ਪਰਚੇ ਕਰ ਦਿੱਤੇ ਜਾਂਦੇ ਨੇ। ਕਿਸ ਤਰ੍ਹਾਂ ਦੇਖੋ ਗੱਲ ਇਹ ਹੈ ਵੀ ਕਿਸੇ ਵੀ ਇੱਕ ਧਰਮ ਦੀ ਗੱਲ ਕਰਨਾ, ਕਿਸੇ ਵੀ ਇੱਕ ਪੱਖ ਦੀ ਇੱਕ ਧਿਰ ਦੀ ਗੱਲ ਕਰਨਾ ਕਿਤੇ ਵੀ ਸਹੀ ਨਹੀਂ ਹੁੰਦਾ, ਕਿਉਂਕਿ ਅਸੀਂ ਸ਼ੁਰੂ ਤੋਂ ਪੜ੍ਹਦੇ ਆਏ ਹਾਂ, ਆਪਣੇ ਸਕੂਲਾਂ ਦੇ ਵਿੱਚ ਵੀ ਸਾਡਾ ਇਤਿਹਾਸ ਵੀ ਗਵਾਹ ਹੈ ਕਿ ਭਾਰਤ ਦੀ ਸੁੰਦਰਤਾ ਹੀ ਇਸ ਚੀਜ਼ ਦੇ ਵਿੱਚ ਹੈ ਕਿ ਇੱਥੇ ਹਰ ਫੁੱਲ ਹੈ, ਇੱਥੇ ਹਰ ਧਰਮ ਦਾ ਫੁੱਲ ਹੈ। ਇੱਕ ਗੁਲਦਸਤੇ ਦੇ ਵਿੱਚੋਂ ਜੇ ਇੱਕ ਫੁੱਲ ਗਾਇਬ ਹੋ ਜਾਏਗਾ ਤੇ ਉਹ ਗੁਲਦਸਤੇ ਦੀ ਖੂਬਸੂਰਤੀ ਨਹੀਂ ਰਹਿੰਦੀ। ਪਰ ਇਹਨਾਂ ਦੀ ਜਿਹੜੀ ਆਪਣੀ ਪਰਿਭਾਸ਼ਾ, ਜਿਵੇਂ ਟਹਿਣਾ ਸਾਹਿਬ ਨੇ ਕਿਹਾ ਕਿ ਅੱਤਵਾਦੀ ਦੀ ਇਹਨਾਂ ਦੀ ਆਪਣੀ ਪਰਿਭਾਸ਼ਾ ਹੈ, ਦੇਸ਼ ਧਰੋਹੀ ਦੀ ਇਹਨਾਂ ਦੀ ਆਪਣੀ ਪਰਿਭਾਸ਼ਾ ਹੈ, ਦੇਸ਼ ਭਗਤੀ ਦੀ ਵੀ ਇਹਨਾਂ ਦੀ ਆਪਣੀ ਹੀ ਪਰਿਭਾਸ਼ਾ ਹੈ। ਨਹੀਂ, ਹੱਕ ਮੰਗਣ ਨੂੰ ਜਿਹੜਾ ਕੋਈ ਹੱਕ ਮੰਗਦਾ ਸ਼ਾਇਦ ਉਹ ਜਿਹੜਾ ਹੱਕ ਮੰਗਦਾ ਉਹ ਇਹਨਾਂ ਦੀ ਨਜ਼ਰ 'ਚ ਅੱਤਵਾਦੀ ਹੋ ਜਾਂਦਾ ਹੈ, ਵੱਖਵਾਦੀ ਹੋ ਜਾਂਦਾ ਹੈ, ਦੇਸ਼ ਧਰੋਹੀ ਹੋ ਜਾਂਦਾ ਹੈ। ਜੇ ਉਹ ਖਾਲਿਸਤਾਨੀ ਆ ਤਾਂ ਫਿਰ ਕਾਰਵਾਈ ਕਰੋ, ਉਹਨਾਂ ਨੂੰ ਫੜ ਲਓ, ਪਰਚਾ ਦਰਜ ਕਰੋ। ਨਹੀਂ ਮਿਲ ਰਿਹਾ ਹਜੇ ਉਹਨਾਂ ਨੂੰ ਜੀ। ਜੇ ਤੁਹਾਡੇ ਕੋਲ ਇਦਾਂ ਦੀ ਕੋਈ ਇਨਫੋਰਮੇਸ਼ਨ ਹੈ, ਤੁਹਾਡੀ ਇੰਟੈਲੀਜੈਂਸ ਇੰਨੀ ਤੇਜ਼ ਹੈ, ਜੇ ਤੁਸੀਂ ਵਾਰ-ਵਾਰ ਇਹ ਗੱਲ ਕਹਿ ਰਹੇ ਹੋ, ਤੁਸੀਂ ਲੋਕਾਂ ਤੋਂ ਤਾਂ ਇਹ ਪੁੱਛਦੇ ਹੋ ਵੀ ਤੁਹਾਡੇ ਕੋਲ ਕੀ ਸਬੂਤ ਹੈ ਆਪਣੀ ਗੱਲ ਦਾ, ਤੇ ਜਿਹੜੇ ਤੁਸੀਂ ਤੋਹਮਤਾਂ ਲਾ ਰਹੇ ਹੋ ਤੁਹਾਡੇ ਕੋਲ ਕੀ ਸਬੂਤ ਹੈ ਉਹਨਾਂ ਤੋਹਮਤਾਂ ਦਾ? ਤੁਸੀਂ ਵੀ ਉਹ ਸਬੂਤ ਦਿਖਾਓ ਨਾ। ਤੁਸੀਂ ਤੁਹਾਡੇ ਕੋਲ ਸਾਰਾ ਕੁਝ ਹੈਗਾ, ਤੁਸੀਂ ਕਾਰਵਾਈ ਕਰੋ। ਜੇ ਤੁਹਾਨੂੰ ਲੱਗਦਾ ਹੈ ਕਿ ਇੱਥੇ ਵੱਖਵਾਦੀ ਬੈਠੇ ਨੇ, ਨੁਕਸਾਨ ਕਰਨਗੇ, ਇਹ ਜਿਹੜੇ ਨੇ ਐਂਟੀ ਨੈਸ਼ਨਲ ਨੇ, ਤੇ ਫਿਰ ਤੁਸੀਂ ਕਾਰਵਾਈ ਕਰਨ ਤੋਂ ਕਿਉਂ ਗੁਰੇਜ਼ ਕਰ ਰਹੇ ਹੋ? ਇਹਨਾਂ ਨੂੰ ਆਪਣੀਆਂ ਪਰਿਭਾਸ਼ਾਵਾਂ ਜਿਹੜੀਆਂ ਨੇ ਉਹਨਾਂ ਦੇ ਬਾਰੇ 'ਚ ਪਹਿਲਾਂ ਚਿੰਤਨ ਕਰਨਾ ਚਾਹੀਦਾ ਵੀ ਇਹਨਾਂ ਦੀ ਨਜ਼ਰ ਦੇ ਵਿੱਚ ਅਸਲ 'ਚ ਇਹ ਕਿਹਨੂੰ ਵੱਖਵਾਦੀ ਸਮਝਦੇ ਨੇ, ਕਿਹਨੂੰ ਖਾਲਿਸਤਾਨੀ ਸਮਝਦੇ ਨੇ। ਜੇਕਰ ਇਹ ਸਿਰਫ ਕੇਸਰੀ ਝੰਡੇ ਨੂੰ ਸਾਡੇ ਨਿਸ਼ਾਨ ਸਾਹਿਬ ਨੂੰ ਵੇਖ ਕੇ ਹੀ ਕਹਿ ਦਿੰਦੇ ਨੇ ਕਿ ਇਹ ਖਾਲਿਸਤਾਨੀ ਹੈ, ਤੇ ਇਹਨਾਂ ਨੂੰ ਇਹ ਵੀ ਸਮਝਣਾ ਚਾਹੀਦਾ ਵੀ ਤਿਰੰਗੇ 'ਚ ਵੀ ਉਹ ਰੰਗ ਹੈ। ਇਹਨਾਂ ਨੂੰ ਆਪਣੀਆਂ ਪਰਿਭਾਸ਼ਾਵਾਂ ਕਲੀਅਰ ਕਰਨ ਦੀ ਲੋੜ ਹੈ। ਆਪਣੇ ਹੱਕ ਮੰਗਣ ਦੇ ਨਾਲ ਕਦੇ ਕੋਈ ਅੱਤਵਾਦੀ ਨਹੀਂ ਹੁੰਦਾ। ਗੱਲ ਹੱਕ ਦੀ, ਸੱਚ ਦੀ ਹੋ ਰਹੀ ਹੈ, ਤੁਸੀਂ ਉਹ ਗੱਲ ਕਰੋ, ਬਾਕੀ ਸਾਰੀਆਂ ਗੱਲਾਂ ਤਾਂ ਬਾਅਦ 'ਚ ਵੀ ਹੋ ਜਾਣਗੀਆਂ। ਲਾਸਟ ਸਵਾਲ ਹੈ ਮੇਰਾ ਟਹਿਣਾ ਜੀ, ਜਿਸ ਤਰ੍ਹਾਂ ਗੱਲ ਕਰਦੇ ਆ ਕਿ ਹੱਕ ਲੈਣ ਆਏ ਸੀ ਤੇ ਲਾਸ਼ਾਂ ਲੈ ਕੇ ਜਾ ਰਹੇ ਆ, ਤੇ ਅੱਜ ਵੀ 80 ਤੋਂ ਜ਼ਿਆਦਾ ਮੌਤਾਂ ਇੱਥੇ ਹੋ ਚੁੱਕੀਆਂ ਨੇ, ਪਰ ਕੇਂਦਰ ਸਰਕਾਰ ਤੇ ਅਜੇ ਵੀ ਕੋਈ ਜੂੰ ਜਿਹੜੀ ਸਰਕ ਨਹੀਂ ਰਹੀ ਹੈਗੀ। ਅਜੇ ਵੀ ਸਿੱਧੇ ਤੌਰ ਤੇ ਗੱਲ ਕਰੀਏ ਤਾਂ ਬਿੱਲ ਰੱਦ ਕਰਨ ਬਾਰੇ ਉਹਨਾਂ ਦਾ ਕੋਈ ਵੀ ਮਨਸ਼ਾ ਹੈ ਨਹੀਂ। ਦੇਖੋ ਗੱਲ ਇਹ ਹੈ ਜੀ ਕਿ ਹੌਲੀ ਹੌਲੀ ਮੰਨ ਜਾਣਗੇ, ਮੈਨੂੰ ਲੱਗਦਾ। ਦੇਖੋ ਮੈਂ ਕਈ ਕਿਸਾਨ ਆਗੂਆਂ ਨਾਲ ਗੱਲ ਕੀਤੀ, ਉਹ ਕਹਿੰਦੇ ਵੀ ਮੀਟਿੰਗ ਦੇ ਵਿੱਚ ਅਸੀਂ ਕਿਉਂ ਜਾਂਦੇ ਆ, ਜੇ ਨਹੀਂ ਜਾਂਦੇ ਤਾਂ ਫਿਰ ਇਹ ਬਦਨਾਮ ਕਰਦੇ ਆ ਵੀ ਡਾਇਲੋਗ ਦੇ ਵਿੱਚ ਯਕੀਨ ਨਹੀਂ ਰੱਖਦੇ, बातचीत में ये तो मानते नहीं है, बातचीत पर अमल नहीं करते। वो कहते सानू भी पता भी इन्होंने विचों कढ़ना पाउना कख नहीं गा, पर मीटिंग दे विच असीं जरूर जाना, 19 ਨੂੰ भी जावांगे। वो कहते मतलब कहने का यह है भी मनणगे,
ਮੰਨਣਾ ਪਊਗਾ। ਜਿਵੇਂ ਹੁਣ ਖੱਟੜ ਦੀ ਸਰਕਾਰ ਵੀ ਹਿੱਲਣ ਲੱਗੀ ਸੀ, ਬਾਅਦ ਦੇ ਵਿੱਚ ਤੁਰੰਤ ਮੀਟਿੰਗ ਕਰਨੀ ਪਈ ਦੁਸ਼ਯੰਤ ਚੌਟਾਲੇ ਦੇ ਨਾਲ। ਹੋਰ ਵੀ ਕਈ ਸੂਬਿਆਂ ਦੇ ਵਿੱਚ ਇਹੋ ਜਿਹਾ ਪ੍ਰਭਾਵ ਬਣ ਰਿਹਾ। ਸੋ ਮੈਨੂੰ ਲੱਗਦਾ ਮੰਨਣਗੇ। ਹੁਣ ਜਿਹੜਾ ਇਹ ਵਿਚਾਲੇ ਸੁਪਰੀਮ ਕੋਰਟ ਦਾ ਬਹਾਨਾ ਜਿਹਾ ਪਾ ਲਿਆ ਬਈ ਜੀ ਉਹਨਾਂ ਨੇ ਸਟੇ ਕਰ ਦਿੱਤਾ, ਹੁਣ ਅਸੀਂ ਤਾਂ ਕੁਝ ਕਰ ਨਹੀਂ ਸਕਦੇ, ਕਮੇਟੀ ਬਣਾ ਦਿੱਤੀ ਆ, ਹੁਣ ਸਾਡੇ ਹੱਥ ਵੱਸ ਕੁਝ ਨਹੀਂਗਾ, ਹੋਊਗਾ ਮਸਲਾ ਹੱਲ। ਜਦ ਤੱਕ ਸਾਰ ਤਦ ਤੱਕ ਆਸ। ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਦਰਸ਼ਕੋ, ਅਸੀਂ ਦੱਸਣਾ ਚਾਹੁੰਦੇ ਆ ਇਹ ਟਹਿਣਾ ਸੀ ਜੀ ਤੇ ਹਰਮਨ ਥਿੰਦ ਜੀ ਹੈਗੇ, ਜਿਹੜੇ ਕਿ ਹਮੇਸ਼ਾ ਹੀ ਆਪਣੀ ਇੱਕ ਆਵਾਜ਼ ਨੂੰ ਬੁਲੰਦ ਕੀਤਾ ਉਹਨਾਂ ਨੇ, ਤੇ ਹਮੇਸ਼ਾ ਇਸ ਪੰਜਾਬੀ ਦੇ ਲਈ, ਪੰਜਾਬੀਅਤ ਲਈ ਹਮੇਸ਼ਾ ਜ਼ਿੰਦੇ ਰਹੇ ਨੇ, ਕਿਉਂਕਿ ਜਾਗਦੀ ਜ਼ਮੀਰ ਵਾਲੇ ਹੀ ਹੁੰਦੇ ਜਿਹੜੇ ਨਿਰਪੱਖ ਪੱਤਰਕਾਰੀ ਕਰਦੇ ਨੇ। ਸੋ ਬਣੇ ਰਹੋ ਸਾਂਝੇ ਪੰਜਾਬ ਚੈਨਲ ਦੇ ਨਾਲ, ਇਸੇ ਹੀ ਕਿਸਾਨੀ ਅੰਦੋਲਨ ਦੇ ਰੰਗ ਲਗਾਤਾਰ ਤੁਹਾਨੂੰ ਵਿਖਾਉਂਦੇ ਰਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ, ਧੰਨਵਾਦ। ਸਤਿ ਸ਼੍ਰੀ ਅਕਾਲ। ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ।